ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਪਿਛਲੇ ਹਫਤੇ ਅਸੀਂ ਤੁਹਾਡੇ ਨਾਲ ਦੋ ਸ਼ਬਦਾਂ ਦਾ ਜ਼ਿਕਰ ਕੀਤਾ ਸੀ, ਭਗਤ ਧੰਨਾ ਜੀ ਦਾ ਤੇ ਭਗਤ ਕਬੀਰ ਜੀ ਦਾ, ਜਿਹਦੇ ਵਿੱਚ ਕਿ ਇਹ ਆਮ ਤੌਰ ਉੱਤੇ ਜੋ ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਜਦੋਂ ਅਸੀਂ ਕਰਦੇ ਹਾਂ ਕਿ ਉਸ ਦੇ ਵਿੱਚ ਸਿਰਫ ਪਦਾਰਥਾਂ ਦੀ ਮੰਗ ਨੂੰ ਪੂਰਾ ਕਰਨ ਵਾਸਤੇ ਇਹ ਸ਼ਬਦ ਲਿਖੇ ਗਏ, ਪਰ ਇਸ ਦਾ ਅਸਲ ਮਕਸਦ ਕੀ ਹੈ ਜੀਵਨ ਦਾ, ਇਹਨਾਂ ਸ਼ਬਦਾਂ ਵਿੱਚੋਂ ਅਸੀਂ ਕੀ ਸਿੱਖਣਾ ਹੈ। ਇਹ ਨਹੀਂ ਕਿ ਅਸੀਂ ਰੱਬ ਪਾਸੋਂ, ਆਪਣੇ ਗੁਰੂ ਪਾਸੋਂ ਆਪਣੀ ਦੁਨਿਆਵੀ ਚੀਜ਼ਾਂ ਦੀ ਮੰਗ ਨਹੀਂ ਕਰਨੀ, ਪਰ ਕਿ ਦੁਨਿਆਵੀ ਚੀਜ਼ਾਂ ਤੱਕ ਹੀ ਅਸੀਂ ਸੀਮਿਤ ਰਹਿ ਜਾਣਾ ਹੈ ਜਾਂ ਉਸ ਤੋਂ ਉੱਤੇ ਉੱਠ ਕੇ ਵੀ ਅਸੀਂ ਚੱਲਣਾ ਹੈ। ਧਰਮ ਦਾ ਅਸੀਂ ਸਹਾਰਾ ਕਿਉਂ ਲੈਣਾ ਹੈ, ਆਪਣੇ ਆਤਮਿਕ ਜੀਵਨ ਵਿੱਚ ਬਿਹਤਰੀ ਕਰਨ ਵਾਸਤੇ ਜਾਂ ਫਿਰ ਸਿਰਫ ਪਦਾਰਥਾਂ ਤੱਕ ਅਸੀਂ ਸੀਮਿਤ ਰਹਿਣਾ ਹੈ। ਉਸੇ ਵਿਸ਼ੇ ਨੂੰ ਲੈ ਕੇ ਅੱਗੇ ਆ ਰਹੇ ਹਾਂ ਤੇ ਗੱਲਬਾਤ ਕਰਨਗੇ ਡਾਕਟਰ ਹਰਬੰਸ ਸਿੰਘ ਕੰਡੋਲਾ, ਜਿਹੜੇ ਕਿ ਕਮਿਊਨਿਟੀ ਦੇ ਇੱਕ ਨਾਮਵਰ ਸ਼ਖਸੀਅਤ ਹਨ, ਸਿੱਖ ਸਕਾਲਰ ਹਨ ਅਤੇ ਇਹ ਹਮੇਸ਼ਾ ਹੀ ਜੀਵਨ ਜਾਂਚ ਦੀ ਗੱਲ ਕਰਦੇ ਨੇ ਕਿ ਗੁਰਬਾਣੀ ਨੂੰ ਅਸੀਂ ਪੜ੍ਹੀਏ, ਲਿਖੀਏ, ਸਮਝੀਏ ਤੇ ਕਿਸ ਤਰੀਕੇ ਨਾਲ ਉਸ 'ਤੇ ਤੁਰ ਸਕਦੇ ਹਾਂ, ਇਹ ਜ਼ਰੂਰ ਸਮਝ ਕੇ ਆਪਣੇ ਜੀਵਨ ਵਿੱਚ ਉਸ ਨੂੰ ਗ੍ਰਹਿਣ ਕਰੀਏ। ਸਵਾਗਤ ਕਰਦੇ ਹਾਂ ਡਾਕਟਰ ਹਰਬੰਸ ਸਿੰਘ ਕੰਡੋਲਾ ਦਾ। ਜੀ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਆਪਾਂ ਪਿਛਲੇ ਹਫਤੇ ਦੇ ਐਪੀਸੋਡ ਦੇ ਵਿੱਚ ਇਹ ਦੋ ਸ਼ਬਦਾਂ ਦੀ ਵਿਚਾਰ ਸ਼ੁਰੂ ਕੀਤੀ ਸੀਗੀ ਜੀ, ਭਗਤ ਧੰਨਾ ਜੀ ਦੇ ਤੇ ਭਗਤ ਕਬੀਰ ਜੀ ਦੇ। ਉਹ ਇਸ ਕਰਕੇ ਕਿ ਸਿੱਖ ਕੌਮ ਦੇ ਵਿੱਚ ਜੋ ਭੁਲੇਖਾ ਬਣਿਆ ਇਹਨਾਂ ਸ਼ਬਦਾਂ ਬਾਰੇ ਜੀ, ਤੇ ਸਾਨੂੰ ਉਹਦੇ ਵਿੱਚੋਂ ਸੇਧ ਕੀ ਮਿਲੀ ਹੈਗੀ ਆਪਾਂ ਕੀਤੇ, ਆਪਾਂ ਦੇਖਿਆ ਉਹਦੇ 'ਚ ਇਹ ਦੇਖਿਆ ਕਿ ਇਹਦੇ ਵਿੱਚੋਂ ਤਾਂ ਐਕਚੁਅਲੀ ਸ਼ਬਦਾਂ ਦਾ ਜਿਹੜਾ ਭਾਵ ਅਰਥ ਹੈ, ਇਹ ਸ਼ਬਦਾਂ ਦਾ ਆਤਮਿਕ ਤਲ ਤੇ ਜਿਉਣ ਤੱਕ ਹੈਗਾ, ਆਪਣਾ ਮੂਲ ਪਛਾਣਨ ਤੱਕ ਹੈਗਾ, ਰੱਬੀ ਇੱਕ ਮਿਕਤਾ ਨਾਲ ਹੈ। ਅਸੀਂ ਇਹ ਦੇਖਿਆ ਸੀਗਾ, ਹੈ ਨਾ। ਤੇ ਇਹਦੇ 'ਚ ਅਸੀਂ ਇਹ ਦੇਖਿਆ ਕਿ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਇਹ ਗੁਰੂ ਤੋਂ ਮੰਗਿਆ ਜਾਂਦਾ ਹੈ ਨਾ। ਅੱਛਾ, ਇਹਦੇ 'ਚ ਆਪਾਂ ਇੱਕ ਵਾਰੀ ਜਿਹੜਾ ਟੌਪਿਕ ਕੀਤਾ ਸੀ ਹਰਪ੍ਰੀਤ ਜੀ, ਅਰਦਾਸ ਦਾ, ਸਿੱਖ ਦੀ ਅਰਦਾਸ ਦੇ ਵਿੱਚ ਆਪਾਂ ਇਹ ਆਖਿਆ ਸੀ ਗੁਰਬਾਣੀ ਅੰਦਰ ਐਸੇ ਸ਼ਬਦ ਨਹੀਂ ਗਏ ਜਿੱਥੇ ਪਦਾਰਥਾਂ ਦੀ ਜਾਂ ਸਰੀਰਕ ਲੋੜਾਂ ਦੀ ਮੰਗ ਕੀਤੀ ਗਈ ਹੋਵੇ, ਜੀ, ਹੈ ਨਾ ਜੀ। ਸਿਰਫ ਨਾਮ ਦੀ ਮੰਗ ਹੈ, ਠੀਕ। ਅੱਛਾ, ਆਪਣਾ ਮੂਲ ਪਛਾਣਨ ਦੀ ਮੰਗ ਹੈ। ਪਰ ਭਾਵ-ਅਰਥ ਨਾ ਸਮਝਦੇ ਬਹੁਤ ਵਾਰੀ ਜਿਹੜੀਆਂ ਕੁਛ ਸੰਗਤਾਂ ਦੇ ਸਾਹਮਣੇ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਜੀ, ਜਾਣੇ ਅਣਜਾਣੇ 'ਚ ਜਾਂ ਕਿਸੇ ਤਰ੍ਹਾਂ ਵੀ, ਤੇ ਉੱਥੇ ਫਿਰ ਇਹ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਮੈਂ ਕਈ ਜਗ੍ਹਾ ਸਕਾਲਰਸ ਦੀਆਂ ਇਹ ਉਦਾਹਰਨਾਂ ਦਿੱਤੀਆਂ ਪੜ੍ਹੀਆਂ, ਉਹ ਦਿੰਦੇ ਨੇ ਕਿ ਜਿਨੋਂ ਸ਼ਬਦ ਹੈਗੇ ਨੇ, ਮੰਗੋ ਰਾਮ ਤੇ ਸਭ ਥੋਕ, ਠੀਕ, ਮੰਗੋ ਰਾਮ ਤੇ ਸਭ ਥੋਕ, ਥੋਕ ਹੁੰਦਾ ਪਦਾਰਥ, ਹੈ ਨਾ। ਮਨੁੱਖ ਕਉ ਜਾਚਕ ਸ਼ਰਮ ਪਾਈਏ, ਪ੍ਰਭ ਕਹਿ ਸਿਮਰਨ ਮੋਖ। ਇਹਦੇ ਜਿਹੜੇ ਅਰਥ ਕੀਤੇ ਨੇ ਉਹ ਇਹ ਨੇ, ਮੈਂ ਤਾਂ ਸਾਰੇ ਪਦਾਰਥਾਂ ਦੀ ਮੰਗ ਪ੍ਰਭੂ ਤੋਂ ਹੀ ਕਰਨੀ ਹੈ ਜੀ। ਮਨੁੱਖ ਤੋਂ ਮੰਗਿਆ ਕੀ ਮਿਲਦਾ, ਪਰਮਾਤਮਾ ਦੇ ਸਿਮਰ ਰਾਹੀਂ ਸਾਰੇ ਪਦਾਰਥ ਮਿਲ ਜਾਂਦੇ ਨੇ, ਮਾਇਆ ਦੇ ਮੋਹ ਤੋਂ ਖਲਾਸੀ ਮਿਲ ਜਾਂਦੀ ਹੈ। ਇਹਦੇ ਅਰਥ ਇਸ ਤਰ੍ਹਾਂ ਹੈਗੇ ਜੀ। ਹੁਣ ਮੈਨੂੰ ਪਹਿਲੀ ਗੱਲ ਤਾਂ ਜਿਹੜਾ ਇਹ ਇੱਕ ਤਰ੍ਹਾਂ ਦਾ ਦਿੱਤਾ ਜਾਂਦਾ ਕਿ ਨਹੀਂ ਪਰਮਾਤਮਾ ਤੋਂ ਹੀ ਸਾਰਾ ਕੁਝ ਮੰਗਣਾ। ਦੇਖੋ ਇਹਦੇ 'ਚ ਲਿਖਿਆ ਹੈਗਾ ਮੰਗੋ ਰਾਮ ਤੇ ਸਭ ਥੋਕ, ਹੈ ਨਾ। ਸੋ ਪਹਿਲੀ ਗੱਲ ਤਾਂ ਮੈਨੂੰ ਇੱਥੇ ਹੀ ਕੰਟਰਾਡਿਕਸ਼ਨ ਦਿਖਦੀ ਵੀ ਇੱਕ ਤੇ ਰੱਬ ਤੋਂ ਤੁਸੀਂ ਪਦਾਰਥਾਂ ਦੀ ਮੰਗ ਕਰੀ ਜਾਂਦੇ ਹੋ, ਦੂਜੇ ਪਾਸੇ ਉਹ ਪਦਾਰਥਾਂ ਦੇ ਮੋਹ ਤੋਂ ਖਲਾਸੀ ਦੀ ਗੱਲ ਕਰਦੇ ਹੋ ਹੈਗੇ ਹੋ। ਇਹਦਾ ਮਤਲਬ ਭਾਵ ਅਸੀਂ ਲਈ। ਹੁਣ ਦੇਖੋ ਇੱਥੇ ਜਿਹੜੇ ਕਿਹੜੇ ਪਦਾਰਥ, ਕਿਹੜੇ ਥੋਕ ਦੀ ਗੱਲ ਕੀਤੀ ਹੋਈ ਆ ਜਿਸ ਨਾਲ ਮਾਇਆ ਤੋਂ ਮੋਹ ਹਟ ਜਾਵੇ, ਹੈ ਨਾ, ਅਸੀਂ ਉਸ ਦੌੜ ਤੋਂ ਹਟ ਜਾਈਏ। ਗੁਰੂ ਸਾਹਿਬ ਕਹਿੰਦੇ ਨੇ ਗੁਰ ਉਪਦੇਸ਼ ਦਇਆ ਸੰਤੋਖ, ਗੁਰ ਉਪਦੇਸ਼ ਦਇਆ ਸੰਤੋਖ, ਨਾਮ ਨਿਦਾਨ ਸਿਮਰਨ ਏ ਥੋਕ। ਠੀਕ, ਗੁਰੂ ਸਾਹਿਬ ਕੀ ਮੰਗ ਕਰਦੇ ਨੇ, ਗੁਰੂ ਦੇ ਦੱਸੇ ਮਾਰਗ ਤੇ ਚੱਲਦਿਆਂ ਮਨ ਅੰਦਰ ਦਇਆ ਸੰਤੋਖ ਪੈਦਾ ਹੁੰਦਾ ਹੈ, ਨਾਮ ਖਜ਼ਾਨਾ ਜਿਹੜਾ ਹੈਗਾ ਸੁਰਤ ਅੰਦਰ ਪ੍ਰਗਟ ਹੋ ਜਾਂਦਾ ਹੈ। ਇਹ ਨਾਮ ਖਜ਼ਾਨਾ ਅਜਿਹਾ ਥੋਕ ਪਦਾਰਥ ਹੈ, ਜੀਵਨ ਪਵਿੱਤਰ ਹੋ ਜਾਂਦਾ। ਨਾਮ ਖਜ਼ਾਨਾ ਹੀ ਮੇਰੇ ਲਈ ਥੋਕ ਹੈ, ਠੀਕ, ਭਾਵਰਤ। ਇਹਦੇ 'ਚ ਫਿਰ ਆਪਾਂ ਗੱਲ ਕਰੀਏ ਕਿ ਇਹ ਨਹੀਂ ਕਿ ਅਸੀਂ ਪਦਾਰਥਾਂ ਦੀ ਮੰਗ ਕਰਨੀ ਜਾਂ ਉਹਦੀ ਅਸੀਂ ਅਚੀਵਮੈਂਟ ਨਹੀਂ ਕਰਨੀ, ਪਰ ਉਹਦੇ ਮਗਰ ਹੀ ਲੱਗ ਜਾਣਾ ਸਾਡੀ ਪ੍ਰਾਇੋਰਟੀ ਨਹੀਂ ਹੈ। ਅੱਗੇ ਚੱਲ ਕੇ ਗੱਲ ਕਰਾਂਗੇ ਬਈ ਉਹ ਬਾਈ ਪ੍ਰੋਡਕਟ ਆ, ਮੇਨ ਫੋਕਸ ਸਾਡਾ ਇਹ ਹੋਣਾ ਚਾਹੀਦਾ ਹੈਗਾ। ਹੁਣ ਇਹ ਆ ਵੀ ਕਈ ਵਾਰੀ ਜਦੋਂ ਜਿਹੜਾ ਇੱਥਾਂ ਥੋਕ ਆਇਆ ਨਾ, ਗੁਰਬਾਣੀ ਦੇ ਵਿੱਚ ਪਦਾਰਥ ਦੇ ਰੂਪ 'ਚ ਵੀ ਆਇਆ, ਪਰ ਮੰਗ ਨਹੀਂ ਹੈ। ਮੰਗ ਦੇ ਰੂਪ 'ਚ ਸਿਰਫ ਨਾਮ ਆਇਆ ਜਦੋਂ ਵੀ ਆਇਆ ਹੈਗਾ। ਜਾਂ ਫਿਰ ਇਹ ਕਈ ਵਾਰੀ
ਗੁਰੂ ਅਰਜਨ ਪਾਤਸ਼ਾਹ ਦਾ ਇਹ ਸ਼ਬਦ ਵੀ ਆਪਾਂ ਆਮ ਸੁਣ ਲੈਂਦੇ ਹੈਗੇ ਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਹੈ ਨਾ। ਜਿਸ ਪ੍ਰਮਾਤਮਾ ਨੂੰ ਇਹਨੂੰ ਪਾਇਆ ਉਸ ਨੂੰ ਦੁਨੀਆ ਦੇ ਸਾਰੇ ਪਦਾਰਥ ਹੀ ਮਿਲ ਜਾਂਦੇ ਨੇ, ਸਾਰੀਆਂ ਹੀ ਦੁਨਿਆਵੀ ਖੁਸ਼ੀਆਂ ਮਿਲ ਜਾਂਦੀਆਂ ਨੇ। ਇਹ ਸੁਣਾਇਆ ਜਾਂਦਾ, ਪਰ ਇਹਦੇ 'ਚ ਅਸੀਂ ਫਿਰ ਕੀ ਮਿਸਟੇਕ ਹੈਗੀ, ਅਸੀਂ ਜਿਹੜੀ ਰਹਾਓ ਦੀ ਸੈਂਟਰਲ ਆਈਡੀਆ ਉਸ ਸ਼ਬਦ ਦਾ ਨਾ, ਉਸ ਨੂੰ ਭੁੱਲ ਜਾਂਦੇ ਹੈਗੇ ਆ। ਵੀ ਮੇਰੇ ਮਨ ਰਾਓ ਕੀ ਹੈਗਾ, ਮੇਰੇ ਮਨ ਏਕਿਸ ਸਿਉ ਚਿਤ ਲਾਏ, ਏਕਿਸ ਬਿਨ ਸਭ ਤੰਦ ਹੈ, ਸਭ ਮਿਥਿਆ ਮੋਹ ਮਾਏ। ਫਿਰ ਅਸੀਂ ਜੋ ਜੋੜ ਦਿੰਨੇ ਹੈਗੇ ਆ ਆਪਾਂ ਇਸ ਗੱਲ ਤੇ ਵੀ ਇਹ ਦੇਖੋ ਆਪਣੇ ਜਿੰਨੇ ਸਰੋਤੇ ਨੇ, ਵੀ ਇਹ ਨਹੀਂ ਕਿ ਅਸੀਂ ਦੂਜੇ ਪਾਸੇ ਮਿਹਨਤ ਨਹੀਂ ਕਰਨੀ, ਸਕਸੈਸ ਨਹੀਂ ਕਰਨੀ, ਪਰ ਗੁਰੂ ਦੀ ਗੱਲ ਸੁਣੋ, ਤੁਹਾਡੀ ਪ੍ਰਾਇੋਰਟੀ ਕੀ ਹੈ ਲਾਈਫ ਦੀ, ਸਿੱਖ ਕੌਮ ਨੂੰ ਐਕਚੁਅਲੀ ਕਿਹੜੇ ਪਾਸੇ ਜਾਣਾ ਚਾਹੀਦਾ ਹੈਗਾ। ਮੇਰੇ ਮਨ ਸਿਰਫ ਪਰਮਾਤਮਾ ਦੇ ਸੱਚੇ ਗਿਆਨ, ਗੁਰੂ ਦੇ ਉਪਦੇਸ਼ ਨਾਲ ਮਨ ਜੋੜ, ਬਾਕੀ ਦੁਨੀਆ ਦੇ ਪਦਾਰਥ ਦੁਨੀ ਸੁੱਖ ਆਤਮਕ ਮੌਤ ਦਾ ਕਾਰਨ ਬਣਦੇ ਨੇ ਜੀ। ਇੱਕ ਇੱਥੇ ਹੁਣ ਹੁਣ ਤੱਕ ਹਰਪ੍ਰੀਤ ਜੀ ਇੱਥੇ ਇੱਕ ਗੱਲ ਬੜੀ ਕਲੀਅਰ ਹੋ ਜਾਂਦੀ ਹੈ ਕਿ ਗੁਰਮਤ ਅੰਦਰ ਦੁਨਿਆਵੀ ਪਦਾਰਥਾਂ, ਮਟੀਰੀਅਲ ਵੈਲਥ, ਸਰੀਰਕ ਸੁੱਖ, ਬਾਹਰਲੀ ਦੁਨੀਆ ਨਾਲ ਸੰਬੰਧ ਵਾਲੀ ਕਿਸੇ ਵੀ ਵਸਤੂ ਦੀ ਮੰਗ ਨਹੀਂ ਹੈ ਨਾ। ਇਸ ਦਾ ਮਤਲਬ ਇਹ ਨਹੀਂ ਕਿ ਲੋੜ ਨਹੀਂ, ਕਮਾਈ ਨਹੀਂ ਕਰਨੀ, ਹੈ ਨਾ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਗੁਰੂ ਤਾਂ ਆਪ ਆਖਦੇ ਨੇ ਮੋਤੀ ਤਾਂ ਮੰਦਰ ਉਤਰੇ, ਰਤਨੀ ਤਾਂ ਹੋਏ ਜੁੜਾਓ ਜੀ। ਇਹਦਾ ਇਹ ਨਹੀਂ ਹੈਗਾ, ਪਰ ਇਹ ਜੀਵਨ ਦਾ ਫੋਕਸ ਨਹੀਂ ਹੈ, ਇਹ ਜੀਵਨ ਦੀ ਪ੍ਰਾਇੋਰਟੀ ਨਹੀਂ ਹੈ। ਜਿਹੜੀ ਗੁਰੂ ਸਾਹਿਬ ਕਹਿੰਦੇ ਨੇ, ਇਹੋ ਹੀ ਮਾਡਰਨ ਮੈਨ ਨੇ ਜਿਹੜਾ ਭੁੱਲਿਆ ਫਿਰਦਾ ਹੈਗਾ ਜੀ, ਹੈ ਨਾ, ਜਿਸ ਕਾਰਨ ਸਮੱਸਿਆਵਾਂ ਆ ਰਹੀਆਂ ਨੇ। ਇਹ ਪ੍ਰਭੂ ਅੱਗੇ ਅਰਦਾਸ ਨਹੀਂ ਹੈ। ਇਹ ਇਹ ਪੂਰੀ ਤਰ੍ਹਾਂ ਅਸੀਂ ਹੁਣ ਤੱਕ ਮਤਲਬ ਇਹ ਕਲੀਅਰ ਹੋ ਜਾਂਦਾ ਹੈ ਕਿ ਦੁਨਿਆਵੀ ਆਊਟਰ ਸਕਸੈਸ ਜਿਹੜੀ ਅਚੀਵ ਕਰਨੀ ਹੈ, ਪਰ ਇਹ ਜੀਵਨ ਦਾ ਫੋਕਸ ਨਹੀਂ ਹੈ। ਜੇ ਸਾਡਾ ਇਹ ਜੀਵਨ ਦਾ ਇਹੋ ਹੀ ਫੋਕਸ ਬਣ ਗਿਆ, ਫਿਰ ਆਨੰਦ, ਖੁਸ਼ੀਆਂ, ਕਲ ਕਲੇਸ਼ ਜਿਹੜੇ ਨੇ, ਜਿਵੇਂ ਉਹ ਕਹਿੰਦੇ ਸੀਗੇ, ਉਹ ਨਹੀਂ ਜਾਣੇ, ਠੀਕ ਹੈ ਨਾ। ਆਊਟਰ ਸਕਸੈਸ ਤਾਂ ਬਾਈ ਪ੍ਰੋਡਕਟ ਹੈਗੀ ਆ ਇਨਰ ਸਕਸੈਸ ਦੀ। ਐਬਸੋਲੂਟਲੀ। ਇਹੀ ਗੱਲ ਕੰਡੋਲਾ ਸਾਹਿਬ ਜਿਹੜੀ ਤੁਸੀਂ ਕਰ ਰਹੇ ਹੈਗੇ ਹੋ, ਇਹਦੇ ਵਿੱਚ ਮਿਸਾਲ ਦੇ ਤੌਰ ਤੇ ਹਾਲ ਹੀ ਵਿੱਚ ਇੱਕ ਕੈਲਗਰੀ ਦੇ ਵਿਅਕਤੀ ਨੇ $40 ਮਿਲੀਅਨ ਜਿੱਤੇ ਲੋਟਰੀ ਦੇ ਵਿੱਚ। $40 ਮਿਲੀਅਨ ਹੀ ਉਸਨੇ ਡੋਨੇਟ ਕਰਦੇ, 1 ਸੈਂਟ ਵੀ ਨਹੀਂ ਰੱਖਿਆ ਉਸਨੇ ਚੈਰਿਟੀਜ਼ ਨੂੰ ਕਰਦੇ। ਸੋ ਤੁਸੀਂ ਜਿਹੜੀ ਕੀਤੀ ਨਾ ਇਨਰ ਸਕਸੈਸ ਦੀ ਗੱਲ, ਅਸੀਂ ਸਿਰਫ ਇਹ ਸਮਝਦੇ ਹਾਂ ਕਿ ਜੀ ਮਾਇਆ ਆ ਗਈ, ਸਾਡੇ ਕੋਲ ਸਭ ਕੁਝ ਹੋ ਗਿਆ ਤਾਂ ਅਸੀਂ ਖੁਸ਼ ਹੋ ਜਾਵਾਂਗੇ, ਲੇਕਿਨ ਇਹ ਤਾਂ ਅੰਦਰੋਂ ਤੁਸੀਂ ਕਿਸ ਸਥਿਤੀ ਤੇ ਬੈਠੇ ਹੋ ਉਹ ਡਿਪੈਂਡ ਕਰਦਾ। ਉਹਦੇ ਵਾਸਤੇ $1 ਵੀ ਉਨਾ ਹੈ ਤੇ $40 ਲੱਖ ਵੀ ਉਨਾ ਹੀ ਹੈਗੇ। ਜਾਂ ਉਹਦੇ 'ਚ ਮਿਹਨਤ ਕਰਨੀ ਹੈ। ਆਪਾਂ ਗੱਲ ਫਿਰ ਕਰੀਏ, ਜਿਹੜੇ ਰੋਜ਼ਾਨਾ ਸਾਡੇ ਘਰਾਂ ਦੇ ਕਲ ਕਲੇਸ਼ ਨੇ ਨਾ, ਝਗੜੇ ਨੇ, ਰਿਲੇਸ਼ਨਸ਼ਿਪ ਆ, ਡਿਵੋਰਸ ਆ, ਬੱਚੇ ਗਲਤ ਜਾਂਦੇ ਨੇ, ਇਹ ਜਿਹੜਾ ਇਸ ਦਾ ਸੁਧਾਰ ਉਹ ਮਾਇਆ ਦੇ ਮਗਰੋਂ ਨਹੀਂ ਮਿਲਣਾ ਹੈ। ਬਿਲਕੁਲ। ਉਹ ਤੁਹਾਡੀ ਇਨਰ ਸਕਸੈਸ ਵਿੱਚੋਂ ਹੀ ਇਹ ਸੁੱਖ ਜਿਹੜੇ ਨੇ ਮਿਲਣੇ ਨੇ, ਹੈ ਨਾ। ਮਿਹਨਤ ਕਰਨੀ ਆ, ਪਰ ਸੰਤੋਖੀ ਬਣਨਾ, ਨਿਮਰਤਾ ਕਰਨਾ, ਆਪਣਾ ਮੂਲ ਪਛਾਣਨਾ ਹੈ, ਤੇ ਸੁੱਖ ਤੁਹਾਨੂੰ ਜਿਹੜਾ ਮਾਨਸਿਕ ਸੁੱਖ ਆ, ਕਲੇਸ਼, ਝਗੜੇ ਆ, ਇਹਨਾਂ ਤੋਂ ਛੁਟਕਾਰਾ ਗੁਰੂ ਦੇ ਸਿਧਾਂਤ ਤੋਂ ਮਿਲਣਾ, ਉਹਦੇ ਸਿਧਾਂਤ ਤੋਂ ਮਿਲਣਾ ਹੈ। ਬਿਲਕੁਲ। ਹੁਣ ਆਪਾਂ ਇੱਥੋਂ ਤੱਕ ਹੋਇਆ ਵੀ ਅਰਥ, ਇੱਕ ਹੋਰ ਮੈਂ ਇੱਥੇ ਗੱਲ ਕਰਦਾ ਵੀ ਅਰਥ ਜਿਹੜੇ ਗੁਰਬਾਣੀ ਦੇ ਅੰਦਰੋਂ ਹੀ ਲੱਭਣੇ ਨੇ, ਹੈ ਨਾ। ਆਪਣੇ ਵੱਲੋਂ ਕੋਈ ਅਰਥ ਕਰਨੇ ਬਿਲਕੁਲ ਬਹੁਤ ਵੱਡੀ ਗਲਤੀ ਹੈ, ਇਹ ਮੈਂ ਸਮਝਦਾ ਗੁਰਬਾਣੀ ਚੋਂ ਹੈਗਾ। ਗੁਰਬਾਣੀ ਦਾ ਹੀ ਸਹਾਰਾ ਲੈਣਾ, ਕਿ ਉੱਥੋਂ ਅਸੀਂ ਸਿਧਾਂਤ ਨੂੰ ਸਮਝਣਾ, ਗੁਰਬਾਣੀ ਦੇ ਵਿੱਚੋਂ ਹੀ ਅਸੀਂ ਅਰਥ ਲੱਭਣੇ ਨੇ, ਸਿਧਾਂਤ ਨੂੰ ਸਮਝਣਾ। ਹੁਣ ਇੱਕ ਇਹ ਹੈ ਵੀ ਇਹ ਜਿਹੜਾ ਉਸ ਸ਼ਬਦਾਂ ਨੂੰ, ਕਬੀਰ ਜੀ ਦੇ ਤੇ ਧੰਨਾ ਜੀ ਦੇ ਸ਼ਬਦ ਨੂੰ ਸਮਝਣ ਲਈ ਸਾਨੂੰ ਗੁਰਬਾਣੀ ਦਾ ਹੀ ਆਸਰਾ ਲੈਣਾ ਪੈਣਾ। ਠੀਕ। ਅੱਛਾ, ਹੁਣ ਦੇਖੀਏ ਇਹਦੇ 'ਚ ਪ੍ਰਭਾਤੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ। ਅੱਛਾ ਜੀ। ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਉਹ ਸਾਰੇ ਹੀ ਪਦਾਰਥਾਂ ਦੀ ਮੈਟਾਫੋਰੀਕਲੀ ਵਰਤੋਂ ਕਰਦੇ ਨੇ ਜੋ ਕਬੀਰ ਜੀ ਨੇ, ਜੇ ਧੰਨਾ ਜੀ ਨੇ ਆਪਣੇ ਸ਼ਬਦਾਂ 'ਚ ਕੀਤੀ ਹੈ। ਅੱਛਾ ਜੀ, ਹੈ ਨਾ। ਉੱਥੋਂ ਸਾਨੂੰ ਸਮਝ ਲੱਗੇਗੀ। ਅੱਛਾ, ਗੁਰੂ ਨਾਨਕ ਪਾਤਸ਼ਾਹ ਪਾਸ ਕਬੀਰ ਜੀ ਦੇ ਤੇ ਧੰਨਾ ਜੀ ਦੇ ਇਹ ਦੋਨੋਂ ਸ਼ਬਦ ਸੀਗੇ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬਾਣੀ ਇਕੱਠੀ ਕੀਤੀ ਹੈ ਨਾ, ਉਹਨਾਂ ਦੇ ਪਾਸ ਇਹ ਸ਼ਬਦ ਗੁਰੂ ਪਾਸ ਸੀਗੇ ਜੀ। ਗੁਰਬਾਣੀ ਅੰਦਰ ਅਨੇਕਾਂ ਹੀ ਐਸੀਆਂ ਹਰਪ੍ਰੀਤ ਜੀ ਉਦਾਹਰਨਾਂ ਆਉਂਦੀਆਂ ਨੇ ਜਿੱਥੇ ਭਗਤਾਂ ਦੇ ਸ਼ਬਦ ਜਾਂ ਭਗਤਾਂ ਦੇ ਸ਼ਲੋਕਾਂ ਦੇ ਨਾਲ ਗੁਰੂ ਸਾਹਿਬਾਨਾਂ ਨੇ ਆਪਣੇ ਸ਼ਬਦ ਜਾਂ ਆਪਣੇ ਸ਼ਲੋਕ ਐਡ ਕੀਤੇ ਨੇ ਜੀ। ਇਹ ਨਹੀਂ ਕਿ ਉਹਦੇ 'ਚ ਕੋਈ ਸਿਧਾਂਤ ਦੀ ਕੰਟਰਾਡਿਕਸ਼ਨ ਸੀ, ਇਹ ਸੀ ਕਿ ਇੰਟਰਪ੍ਰੀਟੇਸ਼ਨ ਦੇ ਵਿੱਚ ਕੋਈ ਭੁਲੇਖਾ ਨਾ ਲੱਗ ਜਾਵੇ ਜੀ। ਜਿਹੜੇ ਕਬੀਰ ਜੀ ਨੇ ਜਿਹੜੇ ਪ੍ਰਤੀਕ ਵਜੋਂ ਲਫ਼ਜ਼ ਵਰਤੇ ਨੇ, ਆਟਾ, ਦਾਲ, ਘਿਓ, ਲੂਣ, ਕੱਪੜਾ, ਤਲਾਈ ਆਦਿ ਦੀ ਮੰਗ ਕੀਤੀ ਹੈ ਨਾ, ਤੇ ਗੁਰੂ ਨਾਨਕ ਪਾਤਸ਼ਾਹ ਉਹਦੀ ਗੱਲ ਕਰਦੇ ਨੇ। ਮਹੱਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ,
ਕਰਤਾ ਤੂੰ ਮੇਰਾ ਜਜਮਾਨ। ਹੂੰ ਆਪਾਂ ਸਮਝਣੇ ਵੀ ਭਾਵ-ਅਰਥ Right. ਆਪਣੇ ਕੋਲੋਂ ਨਹੀਂ ਕਰਨੇ ਹੈਗੇ, ਠੀਕ। ਗੁਰਮਤਿ ਚੋਂ ਕਰਨ, ਪਰ ਸਾਨੂੰ ਅਸਲੀ ਸ਼ਬਦ ਦੇ ਭਾਵ-ਅਰਥ ਜ਼ਰੂਰ ਸਮਝਣੇ ਚਾਹੀਦੇ, ਠੀਕ। ਤਾਂ ਕਿ ਸਾਨੂੰ ਜੀਵਨ ਦੀ ਉਹਦੇ ਵਿੱਚੋਂ ਪ੍ਰੋਪਰ ਸੇਧ ਮਿਲ ਸਕੇ। Right. ਠੀਕ ਹੈ ਨਾ। ਉਹ ਕਹਿੰਦੇ ਨੇ ਕਰਤਾ ਤੂੰ ਮੇਰਾ ਜਜਮਾਨ। ਜੀ ਇੱਕ ਬ੍ਰਾਹਮਣ ਜਦੋਂ ਸ਼ਰਧਾਲੂ ਦੇ ਘਰ ਜਾਂਦਾ ਸੀ ਨਾ, ਉਹ ਜਿਹੜੀ ਸੀਨਰੀ ਜਾਂ ਸਿਚੁਏਸ਼ਨ ਗੁਰੂ ਸਾਹਿਬ ਨੇ ਵਰਤੀ ਹੈਗੀ ਹੈ, ਜੀ ਉਹਨੂੰ ਜਜਮਾਨ ਕਹਿੰਦੇ ਸੀ। ਜਜਮਾਨ ਬ੍ਰਾਹਮਣ ਨੂੰ ਦਖਣਾ ਦਾਤ ਦਿੰਦਾ ਸੀ, ਆਟਾ ਅਨਾਜ ਕੱਪੜਾ ਗਊ, ਮੈਟਾਫੋਰੀਕਲੀ ਇਹ ਉਦਾਹਰਨ ਵਰਤੀ ਆ, ਉਹ ਦਿੰਦਾ ਸੀਗਾ। ਰੱਬ ਜੀ ਸਤਿਗੁਰੂ ਤੂੰ ਮੇਰਾ ਦਾਤਾ ਹੈ, ਠੀਕ। ਇਹ ਗੁਰੂ ਨਾਨਕ ਪਾਤਸ਼ਾਹ ਗੱਲ ਕਰਦੇ ਨੇ। ਉਹ ਕਹਿੰਦੇ ਦਾਤਾ ਕਰਤਾ ਤੂੰ ਮੇਰਾ ਜਜਮਾਨ। ਕਹਿੰਦੇ ਰੱਬ ਜੀ ਸਤਿਗੁਰ ਤੂੰ ਮੇਰਾ ਦਾਤਾ ਹੈ, ਠੀਕ। ਤੂੰ ਮੈਨੂੰ ਦਾਤਾਂ ਦੇਣ ਵਾਲਾ ਹੈ, ਤੂੰ ਮੇਰਾ ਜਜਮਾਨ ਹੈ ਜੀ ਕਿ ਇੱਕ ਦਖਣਾ ਹਉ ਤੈ ਪੈ ਮੰਗੋ। ਗੁਰੂ ਸਾਹਿਬ ਕਹਿੰਦੇ ਨੇ ਇੱਕ ਦਖਣਾ ਜੀ। ਹਉ ਤੈ ਪੈ ਮੰਗੋ ਦੇ ਆਪਣਾ ਨਾਮ। ਰੱਬ ਜੀ ਮੈਂ ਆਪ ਪਾਸੋਂ ਦਾਨ ਦੀ ਬਖਸ਼ਿਸ਼ ਮੰਗਦਾ, Right. ਇੱਕੋ ਹੀ ਦਖਣਾ ਮੰਗਦਾ, ਮੈਨੂੰ ਸੱਚ ਗਿਆਨ ਅੰਜਨ ਗੁਰਦੀਆ ਵਿਵੇਕ ਬੁੱਧ ਗੁਰੂ ਦੀ ਮੱਤ ਰੱਬੀ ਗੁਣਾਂ ਦਾ ਮੈਨੂੰ ਦਾਨ ਦਿਓ। ਠੀਕ। ਇਹ ਮੇਰੀ ਮੰਗ ਹੈ। ਅੱਗੇ ਦੇਖੋ ਹੁਣ ਗੁਰੂ ਸਾਹਿਬ ਕੀ ਕਹਿੰਦੇ ਨੇ, ਜੀ ਜਤ ਸਤ ਚਾਵਲ। ਜਤ ਸਤ ਦਾ ਜੀ ਚਾਵਲ, ਦਇਆ ਕਣਕ। ਹੂੰ ਕਣਕ ਸਿੱਧਾ ਹੈ ਨਾ। ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੁੱਧ ਕਰਮ ਸੰਤੋਖ ਕੀਓ। ਹੈ ਨਾ। ਇੱਥੋਂ ਸਮਝ ਲੱਗੇਗੀ ਉਹ ਨਾ ਕਬੀਰ ਜੀ ਤੇ ਧੰਨਾਂ ਦੇ ਸ਼ਬਦਾਂ ਸ਼ਬਦਾਂ ਦੀ। ਦਾ ਜੀ ਔਰ ਕਹਿੰਦੇ ਦੀ ਦੁੱਧ ਕਰਮ ਸੰਤੋਖ ਕੀਓ ਕਰ ਐਸਾ ਮੰਗੋ ਦਾਨ। ਠੀਕ। ਹੁਣ ਗੁਰੂ ਸਾਹਿਬ ਮੰਗਦੇ ਨੇ, ਕਹਿੰਦੇ ਨੇ ਚਾਵਲ ਰੂਪੀ ਉੱਚਾ ਆਚਰਣ, ਇਹ ਮੇਰੀ ਮੰਗ ਹੈ। ਠੀਕ। ਕਣਕ ਰੂਪੀ ਦਇਆ ਖਿਮਾ, ਕਹਿੰਦੇ ਦੁੱਧ ਰੂਪੀ ਸ਼ੁਭ ਕਰਮ, ਠੀਕ। ਘਿਓ ਰੂਪੀ ਸੰਤੋਖ। ਹੁਣ ਇਹਨੂੰ ਅਸੀਂ ਮੈਟਾਫੋਰ ਕਹਿੰਦੇ ਹੈਗੇ, ਰਾਈਟ। ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਖਿਮਾ ਧੀਰਜ ਕਰ ਗਊ ਲਵੇਰੀ। ਜੀ ਦੇਖੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਖਿਮਾ ਧੀਰਜ ਕਰ ਗਊ ਲਵੇਰੀ। ਧੰਨਾ ਸਾਹਿਬ ਕਹਿੰਦੇ ਨੇ ਭੈਂਸ ਮੰਗੋ ਲਵੇਰੀ। ਲਵੇਰੀ ਜੀ। ਸਿਮਿਲੈਰਿਟੀ ਦੇਖੋ ਉਹਨਾਂ ਦੀ Right. ਸ਼ਬਦਾਂ ਦੀ, ਹੈ ਨਾ। ਸਹਿਜੇ ਬਚਰਾ ਖੀਰ ਪੀਏ ਸਿਫਤ ਸ਼ਰਮ ਕਾ ਕਪੜਾ ਮੰਗੋ। ਸੋ ਕਹਿੰਦੇ ਨੇ ਸਿਫਤ ਸ਼ਰਮ ਕਾ ਕਪੜਾ ਮੰਗੋ, ਜੀ। ਹਰ ਗੁਣ ਨਾਨਕ ਰਬਤ ਰਹੇ। ਠੀਕ। ਉਹ ਕਹਿੰਦੇ ਨੇ ਮੈਨੂੰ ਗਊ ਰੂਪੀ ਧੀਰਜ ਸਹਿਨਸ਼ੀਲਤਾ ਦਿਓ, ਕਪੜਾ ਆਦ ਰੂਪੀ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਕਪੜਾ ਦਿਓ, ਦੁੱਧ ਰੂਪੀ ਸੱਚਾ ਗਿਆਨ ਦਿਓ ਮੈਨੂੰ। ਠੀਕ। ਇਹ ਮੰਗ ਹੈ। ਗੁਰੂ ਨਾਨਕ ਪਾਤਸ਼ਾਹ ਕਿਹੜੇ ਸ਼ਬਦ ਵਰਤੇ ਨੇ, ਜਿਵੇਂ ਚਾਵਲ ਅਨਾਜ ਦੁੱਧ ਘਿਓ ਗਊ ਕਪੜਾ। ਜੀ ਕਬੀਰ ਜੀ ਵੀ ਇਹੋ ਹੀ ਸ਼ਬਦ ਜਿਹੜੇ ਨੇ ਕਬੀਰ ਜੀ ਤੇ ਧੰਨਾ ਜੀ ਨੇ ਵਰਤੇ ਨੇ, ਹੈ ਨਾ। ਜੀ ਡਾਕਟਰ ਸਾਹਿਬ, ਇਹ ਜਿਹੜਾ ਤੁਸੀਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਲੈ ਕੇ ਜਿਹੜਾ ਇਹ ਵਿਆਖਿਆ ਕਰ ਰਹੇ ਹੋ ਜੀ, ਬਹੁਤ ਹੀ ਵਧੀਆ ਤਰੀਕੇ ਨਾਲ। ਅੱਗੇ ਕਿਉਂਕਿ ਇਸ ਨੂੰ ਹੋਰ ਐਕਸਪਲੇਨ ਅਸੀਂ ਕਰਕੇ ਚਾਹਾਂਗੇ ਕਿ ਦਰਸ਼ਕਾਂ ਨਾਲ ਗੱਲਬਾਤ ਕਰੀਏ, ਲੇਕਿਨ ਉਸ ਤੋਂ ਪਹਿਲਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਗੱਲਬਾਤ ਕਰਦੇ ਹਾਂ। ਡਾਕਟਰ ਹਰਬੰਸ ਸਿੰਘ ਕਡੋਲਾ ਸਾਡੇ ਨਾਲ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਜਿਹੜੇ ਆਮ ਤੌਰ ਦੇ ਉੱਤੇ ਭਗਤ ਕਬੀਰ ਜੀ ਤੇ ਭਗਤ ਧੰਨਾ ਜੀ ਦੇ ਜਿਹੜੇ ਸ਼ਬਦ ਨੇ, ਜਿਹਦੇ ਵਿੱਚ ਕਿ ਉਹ ਮੰਗ ਕਰਦੇ ਨੇ ਰੱਬ ਤੋਂ ਪਦਾਰਥਾਂ ਦੀ, ਉਸ ਬਾਰੇ ਗੁਰੂ ਨਾਨਕ ਸਾਹਿਬ ਦਾ ਵੀ ਇੱਕ ਸ਼ਬਦ ਹੈ ਜਿਸ ਵਿੱਚ ਕਿ ਉਹੀ ਚੀਜ਼ਾਂ ਦਾ ਉਹ ਵੀ ਜ਼ਿਕਰ ਕਰ ਰਹੇ ਨੇ, ਪਰ ਨਾਲ ਉਹਦਾ ਭਾਵ ਅਰਥ, ਉਹਦੇ ਚੋਂ ਕੀ ਅਸਲ ਵਿੱਚ ਉਹ ਮੰਗ ਰਹੇ ਨੇ, ਉਸ ਬਾਰੇ ਗੱਲਬਾਤ ਚੱਲ ਰਹੀ ਸੀ। ਆਓ ਤਾਂ ਦੁਬਾਰਾ ਤੋਂ ਤੁਹਾਨੂੰ ਸ਼ਾਮਿਲ ਕਰਦੇ ਹਾਂ ਜੀ। ਜੀ ਡਾਕਟਰ ਸਾਹਿਬ। ਹਰਪ੍ਰੀਤ ਜੀ, ਆਪਾਂ ਗੱਲ ਕਰ ਰਹੇ ਸੀ, ਗੁਰੂ ਸਾਹਿਬ ਇੱਥੇ ਸ਼ਬਦ ਦੇ ਵਿੱਚ ਗੱਲ ਕਰਦੇ ਨੇ ਇੱਕ ਦਖਣਾ ਹਉ ਤੈ ਪੈ ਮੰਗੋ ਦੇ ਆਪਣਾ ਨਾਮ। ਠੀਕ। ਨਾਮ ਦੀ ਮੰਗ। ਅੱਗੇ ਦੇਖੋ ਗੁਰੂ ਸਾਹਿਬ ਕੀ ਗੱਲ ਕਰਦੇ ਨੇ ਉਹਦੇ 'ਚ ਸ਼ਬਦ ਦੇ ਵਿੱਚ, ਜਤ ਸਤ ਚਾਵਲ ਦਇਆ ਕਣਕ। ਕਣਕ ਹੁੰਦਾ ਸਿੱਧਾ, ਕਹਿੰਦੇ ਕਰ ਪ੍ਰਾਪਤ ਪਾਤੀ ਤਾਨ ਦੁੱਧ ਕਰਮ ਸੰਤੋਖ ਕੀਓ ਕਰ ਐਸਾ ਮੰਗੋ ਦਾਨ, ਚਾਵਲ ਰੂਪੀ ਉੱਚਾ ਆਚਰਣ। ਠੀਕ। ਓਕੇ। ਕਣਕ ਰੂਪੀ ਦਇਆ ਖਿਮਾ, ਦੁੱਧ ਰੂਪੀ ਮੈਨੂੰ ਸ਼ੁਭ ਕਰਮ, ਜੀ। ਘਿਓ ਰੂਪੀ ਸੰਤੋਖ। ਇਹ ਮੈਟਾਫੋਰ ਆ ਜਿਹੜਾ ਵਰਤਿਆ। ਖਿਮਾ ਧੀਰਜ, ਅੱਗੇ ਗੁਰੂ ਸਾਹਿਬ ਕਹਿੰਦੇ ਨੇ ਖਿਮਾ ਧੀਰਜ ਕਰ ਗਊ ਲਵੇਰੀ। ਦੇਖੋ ਨਾ, ਧੰਨਾ ਸਾਹਿਬ ਕਹਿੰਦੇ ਨੇ ਗਊ ਭੈਂਸ ਮੰਗੋ ਲਵੇਰੀ। ਠੀਕ। ਸ਼ਬਦ ਦੀ ਕਿੰਨੀ ਸਾਂਝ ਹੈਗੀ ਆ। ਸਹਿਜੇ ਬਛਰਾ ਖੀਰ ਪੀਏ ਸਿਫਤ ਕਰਮ ਕਾ ਕਪੜਾ ਮੰਗੋ। ਠੀਕ। ਹੈ ਨਾ। ਹਰ ਗੁਣ ਨਾਨਕ ਰਬਤ ਰਹੇ, ਗਊ ਰੂਪੀ ਧੀਰਜ ਸਹਿਨਸ਼ੀਲਤਾ, ਕਪੜਾ ਆਦ ਰੂਪੀ ਪ੍ਰਮਾਤਮਾ ਦੀ ਸਿਫਤ ਸਲਾਹ। ਠੀਕ। ਅੱਗੇ ਦੁੱਧ ਰੂਪੀ ਸੱਚਾ ਗਿਆਨ। ਜੀ। ਗੁਰੂ ਨਾਨਕ ਪਾਤਸ਼ਾਹ ਕਿਹੜੇ ਸ਼ਬਦ, ਦੇਖੋ ਆਪਾਂ ਗੁਰੂ ਨਾਨਕ ਸਾਹਿਬ ਦਾ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਕਿਹੜੇ ਸ਼ਬਦ ਵਰਤਦੇ ਨੇ, ਚਾਵਲ ਅਨਾਜ ਦੁੱਧ ਘਿਓ ਗਊ ਕਪੜਾ।
ਕਬੀਰ ਜੀ ਆਪਣੇ ਸ਼ਬਦ 'ਚ ਕਰਦੇ ਆਟਾ, ਦਾਲ, ਲੂਣ, ਕੱਪੜਾ, ਘਿਓ, ਅਨਾਜ। ਠੀਕ। ਧੰਨਾ ਜੀ ਦਾਲ, ਆਟਾ, ਘਿਓ, ਕੱਪੜਾ, ਗਊ, ਭੈਂਸ, ਘੋੜੀ, ਪਤਨੀ, ਉਹਨਾਂ ਦੀ ਗੱਲ। ਇਹ ਕੋਈ ਕੋਇਨਸੀਡੈਂਸ ਨਹੀਂ ਹੈ ਜੀ। ਕਿ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦਾਂ ਦੀ ਇੰਨੀ ਉਹਨਾਂ ਨਾਲ ਸਾਂਝ ਹੈ। ਜੀ। ਹੁਣ ਇਹ ਮੈਥਡ ਜੋ ਧੰਨਾ ਜੀ ਨੇ ਵਰਤਿਆ, ਜੋ ਕਬੀਰ ਜੀ ਨੇ ਵਰਤਿਆ, ਗੁਰੂ ਨਾਨਕ ਪਾਤਸ਼ਾਹ ਨੇ ਮੈਥਡ ਉਹੀ ਵਰਤਿਆ ਹੈਗਾ, ਪਰ ਉਹਨਾਂ ਨੇ ਖੋਲ ਦਿੱਤਾ ਜੀ, ਜਿਹੜਾ ਉਹਨਾਂ ਦੇ ਅਰਥ ਖੋਲ ਦਿੱਤੇ ਤਾਂ ਕਿ ਕਿਸੇ ਨੂੰ ਭੁਲੇਖਾ ਨਾ ਲੱਗ ਜਾਵੇ। ਜੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਦੁੱਧ ਕਰਮ ਸੰਤੋਖ ਕੀਓ, ਹੈ ਨਾ। ਉਹਨਾਂ ਨੇ ਕਿਹਾ ਦੁੱਧ ਕਰਮ ਸੰਤੋਖ ਕੀਓ, ਮੈਨੂੰ ਘਿਓ ਰੂਪੀ ਸੰਤੋਖ ਦਿਓ। ਕਬੀਰ ਜੀ ਨੇ ਕਿਹਾ ਹੈਗਾ ਪਾਓ ਘਿਓ ਸੰਗ ਲੂਣਾ। ਠੀਕ। ਉਹਨਾਂ ਨੇ ਉਹਨੂੰ ਗੱਲ ਖੋਲੀ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਨੇ ਘਿਓ ਦਾ, ਮੈਨੂੰ ਘਿਓ ਦਾ, ਮੈਨੂੰ ਸੰਤੋਖ ਰੂਪੀ ਘਿਓ ਮੇਰੇ ਲਈ ਜਿਹੜਾ ਘਿਓ ਹੈ ਇਹ ਮੇਰੇ ਲਈ ਸੰਤੋਖ ਹੈ। ਰਾਈਟ। ਲੇਕਿਨ ਇਹਨੂੰ ਅਸੀਂ ਇਸ ਤਰ੍ਹਾਂ ਐਕਸਪਲੇਨ ਕੀਤਾ ਜੀ, ਕਬੀਰ ਸਾਹਿਬ ਕਹਿ ਰਹੇ ਨੇ ਸਾਨੂੰ ਘਿਓ ਦੇ ਨਾਲ ਲੂਣ ਵੀ ਥੋੜਾ ਜਿਹਾ ਮਿਲ ਜਾਵੇ। ਜਾਂ ਉਹ ਮਤਲਬ ਗੁਰੂ ਸਾਹਿਬ ਨੇ ਉਹਨੂੰ ਖੋਲ ਦਿੱਤਾ ਹੈ ਸ਼ਬਦਾਂ। ਫਰਕ ਇੰਨਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਅਰਥ ਖੋਲ ਦਿੱਤੇ ਨੇ। ਜਿਵੇਂ ਘਿਓ ਰੂਪੀ ਸੰਤੋਖ ਦੀ ਗੱਲ ਕਬੀਰ ਜੀ ਨੇ ਸਿਰਫ ਘਿਓ ਕਿਹਾ ਹੈਗਾ, ਗੁਰੂ ਕਹਿੰਦੇ ਨੇ ਵੀ ਸੰਤੋਖ ਹੀ ਮੇਰੇ ਲਈ ਘਿਓ ਹੈ। ਉਹ ਜੋ ਘਿਓ ਦੀ ਗੱਲ ਕੀਤੀ ਕਬੀਰ ਜੀ ਨੇ, ਉਹ ਕਹਿੰਦੇ ਸੰਤੋਖ ਹੀ ਮੇਰੇ ਲਈ ਘਿਓ ਹੈ। ਗੱਲ ਕਲੀਅਰ ਹੋ ਗਈ। ਸਾਰੀ ਗੁਰਬਾਣੀ ਅੰਦਰ ਹੀ ਹਰਪ੍ਰੀਤ ਜੀ ਐਸੇ ਜਿਹੜੇ ਨੇ ਉਹ ਸ਼ਬਦ ਜਿਹੜੇ ਮੈਥਡੋਲੋਜੀ ਗੁਰਬਾਣੀ ਦੇ ਵਿੱਚ ਵਰਤੀ ਗਈ ਹੈ। ਹੁਣ ਜਦੋਂ ਸਾਨੂੰ ਗੁਰਮਤ ਦਾ ਸਿਧਾਂਤ ਸਮਝ ਆ ਗਿਆ, ਉਹਨਾਂ ਦੇ ਮੈਥਡੋਲੋਜੀ ਸਮਝ ਆ ਗਈ, ਗੁਰੂ ਨਾਨਕ ਪਾਤਸ਼ਾਹ ਦਾ ਗੁਰਬਾਣੀ ਦੇ ਵਿੱਚੋਂ ਹੀ ਸਾਨੂੰ ਸ਼ਬਦ ਮਿਲ ਗਿਆ ਹੋਗਾ ਬਈ ਜਦੋਂ ਕਬੀਰ ਜੀ ਘਿਓ ਦੀ ਗੱਲ ਕਰਦੇ ਨੇ, ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਐਕਸਪਲੇਨ ਕਰ ਦਿੱਤਾ ਹੈ ਬਈ ਉਹਦਾ ਮਕਸਦ ਕੀ ਹੈਗਾ। ਹੁਣ ਉਸ ਨੂੰ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਕਬੀਰ ਜੀ ਦੇ ਸ਼ਬਦ ਦੀ ਵਿਆਖਿਆ ਤੇ ਆਏ। ਰਾਈਟ। ਅੱਛਾ, ਹੁਣ ਕਹਿੰਦੇ ਨੇ ਕਿ ਰਾਗ ਸੋਠ ਵਿੱਚ ਕੀ ਹੈ, ਕਬੀਰ ਜੀ ਕਹਿ ਰਹੇ ਨੇ ਭੁੱਖਾ ਹੈ ਭਗਤ ਨਾ ਕੀਜੇ, ਜੇ ਮਾਲਾ ਆਪਣੀ ਲੀਜੇ। ਜੀ। ਸੋਠ ਕਬੀਰ ਜੀ ਦੇ ਸੋਠ ਰਾਗ ਦੇ ਵਿੱਚ ਹਰਪ੍ਰੀਤ ਜੀ 11 ਸ਼ਬਦ ਨੇ। ਅੱਛਾ ਜੀ। ਔਰ ਉਹ ਪਹਿਲੇ 10 ਸ਼ਬਦਾਂ ਦਾ ਜੋ ਥੀਮ ਹੈ ਨਾ, ਤੁਸੀਂ ਦੇਖੋਗੇ ਉਹ ਇੱਕੋ ਹੀ ਥੀਮ ਹੈ ਪਹਿਲੇ 10 ਸ਼ਬਦਾਂ ਦਾ। ਮਨੁੱਖ ਥੀਮ ਕੀ ਹੈ ਉਹਨਾਂ ਦਾ? ਮਨੁੱਖ ਅਗਿਆਨਤਾ ਵਸ ਔਗਣਾ ਭਰਿਆ ਦੁਨਿਆਵੀ ਪਦਾਰਥਾਂ ਤ੍ਰਿਸ਼ਨਾ ਦੇ ਕਾਰਨ ਲਾਲਚ ਵਸ ਜੀਵਨ ਆਪਣਾ ਖੁਆਰ ਕਰਦਾ ਹੈ। ਪਦਾਰਥਾਂ ਮਗਰ ਲੱਗਿਆ ਜੀਵਨ ਆਪਣਾ ਖੁਆਰ ਕਰ ਲੈਂਦਾ ਹੈ। ਪ੍ਰਮਾਤਮਾ ਦਾ ਨਾਮ ਆਤਮਿਕ ਸੁੱਖਾਂ ਦਾ ਐਕਚੁਅਲੀ ਕਾਰਨ ਹੈ। ਸੁੱਖ ਪ੍ਰਮਾਤਮਾ ਦੇ ਨਾਂ ਚੋਂ ਮਿਲਦੇ ਨੇ, ਜੋ ਆਪਾ ਮਿਟਾਇਆ ਮਿਲਦੇ ਨੇ। ਪ੍ਰਮਾਤਮਾ ਅਗੋਚਰ ਵਸਤ ਅਗੋਚਰ, ਰੱਬੀ ਗਿਆਨ ਹੀ ਮੇਰੀ ਮੰਗ ਹੈ, ਵਿਵੇਕ ਬੁੱਧ ਹੀ ਮੇਰੀ ਮੰਗ ਹੈ। ਇਹ 10 ਸ਼ਬਦਾਂ ਦਾ ਥੀਮ ਹੈ। ਠੀਕ। ਹੁਣ ਜਿਹੜਾ ਇਹ ਸ਼ਬਦ ਹੈ ਇਹਦਾ ਆਧਾਰ ਵੀ ਥੀਮ ਉਹੀ ਹੈਗਾ ਜਿਹੜੇ ਪਹਿਲੇ 10 ਸ਼ਬਦਾਂ ਦਾ। ਇਹਦੇ 'ਚ ਕਬੀਰ ਜੀ ਕੀ ਗੱਲ ਕਰਦੇ ਨੇ? ਕਬੀਰ ਜੀ ਕਹਿੰਦੇ ਨੇ ਭੁੱਖਾ ਹੈ ਭਗਤ ਨਾ ਕੀਜੇ। ਕਬੀਰ ਜੀ ਮਨ ਦੀ ਗੱਲ ਕਰਦੇ ਨੇ। ਉਹ ਭੁੱਖੇ ਤ੍ਰਿਸ਼ਨਾ ਬਸ ਪਦਾਰਥਾਂ ਨਾਲ ਗ੍ਰਸਤ ਹੋਇਆ, ਭੁੱਖੇ ਅਟੈਚਮੈਂਟ ਟੂ ਦਾ ਮਟੀਰੀਅਲ ਥਿੰਗਸ, ਲਾਲਚ ਬਸ ਹੋਏ ਮਨਾ, ਰੱਬ ਦਾ ਨਾਮ ਹੀ ਨਹੀਂ ਲੈਂਦਾ ਹੈ। ਤੂੰ ਰੱਬ ਦੀ ਸਿਫਤ ਸਲਾਹੀ ਨਹੀਂ ਕਰਦਾ। ਉਹ ਸ਼ਬਦਾਂ ਦਾ ਉਹੀ ਹੈਗਾ ਨਾ। ਅੱਗੇ ਕਹਿੰਦੇ ਇਹ ਮਾਲਾ ਆਪਣੀ ਲੀਚ ਹੈ। ਕਹਿੰਦੇ ਇਹ ਪ੍ਰਚਲਿਤ ਤਾਂ ਹੁਣ ਇਹ ਬਣ ਗਿਆ ਸੀ ਨਾ, ਪ੍ਰਚਲਿਤ ਅਸੀਂ ਇਹ ਕਰਦੇ ਹੈਗੇ ਨੇ ਕਿ ਕਬੀਰ ਜੀ ਆਖਦੇ ਨੇ ਕਿ ਪ੍ਰਭ ਜੀ ਇਹ ਮਾਲਾ ਆਪਣੀ ਵਾਪਸ ਲੈ ਲਓ, ਭੁੱਖੇ ਪੇਟ ਮੇਤੋਂ ਇਹ ਮਾਲਾ ਨਹੀਂ ਜਪੀ ਜਾਂਦੀ ਹੈ ਨਾ। ਇਹ ਅਰਥ ਅਸੀਂ ਹੁਣ ਕਿਵੇਂ ਕਰ ਦਿੱਤੇ? ਕਿਉਂਕਿ ਉਹਦੇ ਭਾਵ ਅਰਥ ਜਾਂ ਗੁਰਬਾਣੀ ਦੇ ਵਿੱਚੋਂ ਨਹੀਂ ਦੇਖਿਆ ਕਿ ਕਬੀਰ ਜੀ ਮਾਲਾ ਕਹਿੰਦੇ ਕੀ ਨੂੰ। ਠੀਕ। ਮਾਲਾ ਦੇ ਬਾਰੇ ਉਹਨਾਂ ਦਾ ਵਿਚਾਰ ਕੀ ਹੈ, ਇਹ ਕਿਹੜੀ ਮਾਲਾ ਦੀ ਗੱਲ ਕਰਦੇ ਹੈਗੇ ਨੇ। ਹੁਣ ਦੇਖੋ ਕਬੀਰ ਜੀ ਕਹਿੰਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਠੀਕ। ਸਿਮਰਨੀ ਹੁੰਦਾ ਮਾਲਾ। ਜੀ। ਉਹ ਕਹਿੰਦੇ ਨੇ ਕਿ ਰਸਨਾ ਰੱਬੀ ਸਿਫਤ ਸਲਾਹ, ਰੱਬ ਦੇ ਗੁਣ ਗਾਉਣੇ ਮੇਰੀ ਮਾਲਾ ਹੈ। ਕਬੀਰ ਜੀ ਕਹਿੰਦੇ ਨੇ ਮੇਰੇ ਲਈ ਮਾਲਾ, ਰੱਬ ਦੇ ਗੁਣ ਗਾਉਣੇ ਮੇਰੇ ਲਈ ਮਾਲਾ ਹੈਗਾ। ਮੈਂ ਉਹ ਦੂਜੀ ਮਣਕਿਆਂ ਵਾਲੀ ਮਾਲਾ ਨਹੀਂ ਫੇਰਦਾ ਹੈਗਾ। ਅੱਗੇ ਕਬੀਰ ਜੀ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਕਹਿੰਦੇ ਨੇ ਲੋਕ ਮੱਥੇ ਤਿਲਕ ਲਾ ਕੇ ਹੱਥ ਮਾਲਾ ਫੜ ਕੇ ਧਾਰਮਿਕ ਐਸੇ ਚਿੰਨ੍ਹ ਭਰ ਕੇ ਕਹਿੰਦੇ ਨੇ ਅਸੀਂ ਰੱਬ ਨੂੰ ਪਾ ਲਿਆ। ਉਹ ਕਹਿੰਦੇ ਨੇ ਇਹ ਵਿਖਾਵਾ ਹੈਗਾ ਕਿ ਇਹ ਤਾਂ ਵਿਖਾਵਾ ਹੈਗਾ, ਮੈਂ ਇਸ ਨੂੰ ਨਹੀਂ ਮੰਨਦਾ। ਕਬੀਰ ਜੀ ਦਾ ਭਾਵ ਅਰਥ ਕੀ ਹੈ?
ਐ ਮੇਰੇ ਮਨ, ਇਹ ਜਿਹੜੀ ਦੁਨਿਆਵੀ ਪਦਾਰਥਾਂ ਦੇ ਲਾਲਚ ਤ੍ਰਿਸ਼ਨਾ ਦੀ ਮਾਲਾ ਫੇਰਦਾ ਸੀ ਨਾ, ਇਹਨੂੰ ਛੱਡ ਦੇ। ਉਹਦੀ ਗੱਲ ਕਰਦੇ ਹੈਗੇ ਨੇ। ਮਾਲਾ ਨੂੰ ਤਾਂ ਮੰਨਦੇ ਹੀ ਨਹੀਂਗੇ ਉਹ। ਉਹ ਇਸ ਦੀ ਗੱਲ ਕਰਦੇ ਹੈ ਨੇ। ਮੈਨੂੰ ਐਸੀ ਮਾਲਾ ਦੀ ਲੋੜ ਆ, ਮੈਂ ਐਸੇ ਮਨ ਦੁਨਿਆਵੀ ਪਦਾਰਥਾਂ ਦੀ ਭੁੱਖ ਛੱਡ ਕੇ ਸੰਤੋਖੀ ਬਣ ਜਾਵਾਂ। ਕੀ ਮੰਗ ਕੀਤੀ ਹੈ? ਹੁਣ ਦੇਖੋ ਅੱਗੇ ਕੀ ਮੰਗ ਕਰਦੇ ਨੇ ਕਬੀਰ ਜੀ ਆਪਣੇ ਉਸ ਸ਼ਬਦ ਦੇ ਵਿੱਚ। ਕਹਿੰਦੇ ਨੇ, ਹਉ ਮੰਗੋ ਸੰਤਨ ਰੇਨਾ, ਮੈਂ ਰੱਬ ਦੇ ਪਿਆਰਿਆਂ ਦੀ ਸੰਗਤ ਮੰਗਦਾ। ਬਈ ਸੰਗਤ ਵਿੱਚੋਂ ਮੈਨੂੰ ਰੱਬ ਦੀ ਜਿਹੜੀ ਗੁਰੂ ਦੀ ਮੱਤ ਲਵਾਂ, ਸੱਚ ਦਾ ਗਿਆਨ ਲਵਾਂ, ਇਹ ਮੇਰੀ ਮੰਗ ਹੈ। ਮੈਂ ਨਾ ਹੀ ਕਿਸੇ ਕਾ ਦੇਣਾ। ਪ੍ਰਭੂ ਜੀ, ਮੈਨੂੰ ਤੇਰੇ ਨਾਮ ਤੋਂ ਬਿਨਾ ਕਿਸੇ ਵਸਤੂ ਦੀ ਮੁਥਾਜੀ ਨਹੀਂ। ਦੇਣਾ ਹੁੰਦਾ ਮੁਥਾਜੀ ਜੀ। ਹੋਰ ਕਿਸੇ ਚੀਜ਼ ਦਾ ਮੈਨੂੰ ਲਾਲਚ ਹੀ ਨਹੀਂ ਹੈ। ਅੱਛਾ, ਅੱਗੇ ਹੈਗਾ ਰਹਾਉ ਦੀ ਤੁਕ। ਦੇਖੋ ਰਹਾਉ ਦੀ ਤੁਕ ਚ ਕਬੀਰ ਜੀ ਕੀ ਕਹਿੰਦੇ ਨੇ ਹੈਗੇ ਨਾ, ਮਾਧੋ ਕੈਸੀ ਬਣੇ ਤੁਮ ਸੰਗੇ। ਬੜੀ ਅਚਰਜਤਾ ਵਿੱਚ ਆ ਕੇ ਕਬੀਰ ਜੀ ਕਹਿੰਦੇ ਨੇ ਕਿ ਰੱਬ ਜੀ ਦੇ ਪਿਆਰ ਦੇ ਵਿੱਚ ਕਬੀਰ ਜੀ ਭਿੱਜ ਕੇ ਗੱਲ ਕਰਦੇ ਨੇ। ਆਖਦੇ, ਵਾਹਿਗੁਰੂ ਤੇਰੇ ਨਾਲ ਕੈਸੀ ਇੱਕ ਮਿਕਤਾ ਮੇਰੀ ਬਣ ਆਈ ਹੈ ਨਾ। ਰਾਮ ਕਬੀਰਾ ਇੱਕ ਭਏ ਹੈ, ਦੋਏ ਨਾ ਕੋਈ ਨਾ ਸਕੇ ਪਛਾਣੀ ਵਾਲੀ ਜਿਹੜੀ ਅਵਸਥਾ ਮੇਰੀ ਇਹ ਬਣ ਆਈ ਹੈਗੀ। ਅੱਗੇ ਕਹਿੰਦੇ ਨੇ, ਆਪ ਦਿਓ ਤਾਂ ਲੇਵੋ ਮੰਗੇ। ਇਹ ਰਹਾਉ ਦੀ ਤੁਕ ਹੈ। ਰੱਬ ਜੀ ਆਪ ਨਾ ਦਿਓ, ਮੈਂ ਤੇ ਕੁਝ ਤਾਂ ਮੰਗਾ ਜੇ ਆਪ ਦੇ ਸੱਚ ਦੇ ਗਿਆਨ ਡਿਵਾਈਨ ਵਿਜ਼ਡਮ ਦੀ ਵਰਖਾ ਸਾਰਿਆਂ ਤੇ ਨਾ ਵਾਪਰਦੀ ਹੋਵੇ। ਅਣ ਮੰਗਿਆ ਦਾਨ ਦੇਵ ਸੀ। ਇਹ ਰੱਬ ਦਾ ਸੁਭਾਅ ਹੈ। ਤੇ ਮਿਹਰ ਦੀ ਰੋਸ਼ਨੀ ਹਰ ਥਾਂ ਮੈਨੂੰ ਹਰ ਥਾਂ ਵਰਤਦੀ ਹੈ, ਹਰ ਥਾਂ ਮਿਲਦੀ ਹੈਗੀ ਹੈ ਜੀ। ਹੁਣ ਇਹ ਹੈ ਵੀ ਰੱਬ ਜੀ ਨਾਲ ਪ੍ਰੀਤ ਇੱਕ ਮਿਕਤਾ। ਇਹਦੇ ਵਿੱਚ ਹੁਣ ਰਹਾਉ ਦੀ ਤੁਕ ਦੇ ਵਿੱਚ ਹਰਪ੍ਰੀਤ ਜੀ ਕੀ ਗੱਲ ਕਰਦੇ ਨੇ? ਉਹ ਰੱਬ ਜੀ ਨਾਲ ਆਪਣੀ ਪ੍ਰੀਤ ਦੀ ਗੱਲ ਕਰਦੇ ਨੇ, ਇੱਕ ਮਿਕਤਾ ਦੀ ਗੱਲ ਕਰਦੇ ਨੇ, ਨਾਮਦਾਨ ਦੀ ਗੱਲ ਕਰਦੇ ਨੇ। ਹੁਣ ਬਾਕੀ ਮੰਗਾਂ ਤਾਂ ਵੀ ਤਾਂ ਇਸ ਸ਼ਬਦ ਦੇ ਵਿੱਚ ਐਸੀਆਂ ਹੀ ਹੋ ਸਕਦੀਆਂ ਰਹਾਉ ਦੀ ਤੁਕ ਦੇ ਨਾਲ, ਜਿਹਦੇ ਨਾਲ ਰੱਬ ਦੇ ਨਾਲ ਇੱਕ ਮਿਕਤਾ ਮੰਗੇ ਬਣੇ। ਹੁਣ ਅਸੀਂ ਦੇਖਦੇ ਹਾਂ ਬਾਕੀ ਸ਼ਬਦ ਦਾ ਫਿਰ ਕੀ ਭਾਵ ਅਰਥ ਹੈ। ਅੱਗੇ ਕਬੀਰ ਜੀ ਕਹਿੰਦੇ ਨੇ, ਦੋਏ ਸ਼ੇਰ ਮੰਗੂ ਚੂਨਾ ਜੀ, ਪਾਓ ਘਿਓ ਸੰਗ ਲੂਨਾ। ਅਧ ਸ਼ੇਰ ਮਾਂਗੋ ਦਾਲੇ, ਮੋਕੋ ਦੋਨੋਂ ਵਕਤ ਜਿਵਾਲੇ। ਖਾਟ मांगो चौपाई, सिरहाना अवर तलाई, ऊपर को मांगो खींदा, तेरी भगत करे जन थींदा। ये ਵਸਤੂਆਂ ਜਿਹੜੀਆਂ ਨੇ ਕੀਰ ਜੀ ਮੰਗ ਕਰਦੇ ਨੇ। ਪਰ ਹੁਣ ਅਸੀਂ ਦੇਖਣਾ ਵੀ ਇਹਦਾ ਭਾਵ ਅਰਥ ਕੀ ਹੈ। ਬਿਲਕੁਲ ਜੀ, ਲੇਕਿਨ ਸਮਾਂ ਨਹੀਂ ਅੱਗੇ ਦੇ ਰਿਹਾ। ਇਸ ਨੂੰ ਅਸੀਂ ਅਗਲੇ ਹਫਤੇ ਐਪੀਸੋਡ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਭਾਵ ਅਰਥ ਕੀ ਹੈ। ਜਿਸ ਤਰ੍ਹਾਂ ਤੁਸੀਂ ਬੜਾ ਸਰਲ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਦਾ ਸ਼ਬਦ ਲੈ ਕੇ ਜੋ ਐਕਸਪਲੇਨ ਕੀਤਾ ਹੈ, ਇਸ ਸ਼ਬਦ ਨੂੰ ਵੀ ਅਸੀਂ ਅਗਲੇ ਹਫਤੇ ਇਸ ਦੀ ਸਾਂਝ ਪਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਅਗਲੇ ਹਫਤੇ ਜ਼ਰੂਰ ਦੇਖਣਾ। ਇਹ ਪਿਛਲੇ ਹਫਤੇ ਜੋ ਸੀਰੀਜ਼ ਸ਼ੁਰੂ ਕੀਤੀ ਹੈ ਕੰਟੀਨਿਊ ਰਹੇਗੀ, ਕਿਉਂਕਿ ਇਹ ਸ਼ਬਦਾਂ ਦੇ ਪ੍ਰਤੀ ਸਾਡੀ ਜਾਣਕਾਰੀ ਜੋ ਹੈ ਸਿਰਫ ਸੀਮਤ ਹੈਗੀ ਹੈ ਪਦਾਰਥਾਂ ਤੱਕ। ਪਰ ਅਸਲ ਵਿੱਚ ਕੀ ਗੁਰੂ ਸਾਹਿਬ ਕਹਿ ਰਹੇ ਨੇ, ਭਗਤ ਜੀ ਸਾਨੂੰ ਕੀ ਉਪਦੇਸ਼ ਕਰ ਰਹੇ ਨੇ, ਅਗਲੇ ਹਫਤੇ ਤੁਹਾਡੇ ਨਾਲ ਇਸੀ ਸ਼ਬਦ ਦੀ ਸਾਂਝ ਪਾਵਾਂਗੇ। ਲੈਣਾ ਆ ਗਿਆ ਫੀਡਬੈਕ ਜ਼ਰੂਰ ਦੇਣਾ 6046037555 ਜਾਂ ਫਿਰ ਈਮੇਲ ਰਾਹੀਂ ਸੰਪਰਕ ਬਣਾਓ harpreetsingh@gmail.com। ਇਹਨਾਂ ਸਾਰੇ ਪ੍ਰੋਗਰਾਮਸ ਨੂੰ ਤੁਸੀਂ youtube.com/harpreetsingh ਤੇ ਵੀ ਜਾ ਕੇ ਦੇਖ ਸਕਦੇ ਹੋ। ਜਿੱਥੇ ਤੁਹਾਡੇ ਵੱਲੋਂ ਨਿਰੰਤਰ ਸਾਨੂੰ ਸਹਿਯੋਗ ਮਿਲ ਰਿਹਾ ਹੈ, ਉਸ ਲਈ ਤੁਹਾਡੇ ਧੰਨਵਾਦੀ। ਪਰ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਕਰਨ ਵਾਸਤੇ ਤੁਹਾਡੇ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ ਥਰੂ ਐਡਵਰਟਾਈਜ਼ਮੈਂਟ ਜਾਂ ਸਪਾਂਸਰਸ਼ਿਪ। ਇਹ ਗੱਲਾਂ ਬਾਤਾਂ ਤੁਹਾਡੇ ਦੇ ਹਰ ਘਰ ਵਿੱਚ ਪਹੁੰਚਣ, ਸਾਰੇ ਕੈਨੇਡਾ ਵਿੱਚ ਜਾ ਰਹੀਆਂ ਨੇ, YouTube ਰਾਹੀਂ ਸਾਰੇ ਦੁਨੀਆ ਵਿੱਚ ਜਾ ਰਹੀਆਂ ਨੇ। ਇਸ ਕਰਕੇ ਤੁਹਾਡੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਚੱਲਦਾ ਹੈ। ਆਸ ਕਰਦੇ ਹਾਂ ਕਿ ਜ਼ਰੂਰ ਤੁਸੀਂ ਸਾਡਾ ਸਾਥ ਦਿਓਗੇ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।